ਨਾਲ ਸਿੱਖਾਂ ਨੂੰ ਪ੍ਰਪੱਕ ਕਰਨ ਦੇ ਲਈ ਇਹ ਵੀ ਭਜਨ ਮਹਾਰਾਜ ਜੀ ਨੇ ਕਹੇ, ਜਾਓ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜ਼ੁਲਮ ਨੂੰ ਮਿਟਾਉਣ ਦੇ ਲਈ ਐਸਾ ਇੱਕ ਮਹਾਨ ਗੁਰਸਿੱਖਾਂ ਨੂੰ ਸੰਦਰਸ਼ ਦੇਣਾ ਹੈ, ਐਸਾ ਇੱਕ ਮਹਾਨ ਸਿਧਾਂਤ ਬਖਸ਼ਦਿਆਂ ਹੋਇਆਂ ਕਿਰਪਾ ਕਰਨੀ ਹੈ ਵੀ ਜਿੱਥੇ ਨਾ ਕਿਸੇ ਮੌਤ ਦਾ ਭੈ ਹੈ, ਨਾ ਕਿਸੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਕਿ ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨ ਧਿਆਨ, ਵੀ ਕਿਸੇ ਦਾ ਮਨ ਦੇ ਅੰਦਰ ਕੋਈ ਭੈ ਡਰ ਨਹੀਂ, ਨਾ ਕਿਸੇ ਨੂੰ ਕੋਈ ਡਰਾਉਣ ਦੀ ਭਾਵਨਾ ਹੈ। ਔਰ ਐਸੇ ਜਿਹੜੇ ਮਹਾਰਾਜ ਜੀ ਦੇ ਬਚਨ ਨੇ, ਇਹਨਾਂ ਨੂੰ ਧਾਰਨ ਕਰਕੇ ਜ਼ਿੰਦਗੀ ਨੂੰ ਬਿਤਾਉਣਾ, ਵਾਹਿਗੁਰੂ ਦਾ ਸਿਮਰਨ ਕਰਨਾ, ਦਸਾਂ ਨੌਹਾਂ ਦੀ ਕਿਰਤ ਕਰਨੀ, ਸੱਚ ਦੇ ਮਾਰਗ 'ਤੇ ਚੱਲਣਾ। ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਦੀ ਨਾਲ ਨਾਲ ਸੰਤ ਦੀ ਜਿਹੜੀ ਪਦਵੀ ਹੈ ਇਹ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਉੱਥੇ ਨਾਲ ਨਾਲ ਜ਼ੁਲਮ ਨੂੰ ਮਿਟਾਉਣ ਦੇ ਲਈ, ਜ਼ੁਲਮ ਦਾ ਮੁਕਾਬਲਾ ਕਰਨ ਦੇ ਲਈ ਇਹ ਸ਼ਸਤਰ ਵੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ। ਅਤੇ ਸਾਧ ਸੰਗਤ ਜੀ ਉੱਥੇ ਨਾਲ ਹੀ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੇ ਅੰਦਰ ਇੱਕ ਮਹਾਨ ਜਜ਼ਬਾ ਭਰਨ ਦੇ ਲਈ ਵੀ ਜਿਹਨੂੰ ਕੋਈ ਮੌਤ ਦਾ ਭੈ, ਕੋਈ ਡਰ ਰਵੇ ਹੀ ਨਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਮਰਜ਼ਾਦਾ ਸੀ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਤੱਕ ਚਰਨ ਪੌਲ ਦੀ ਮਰਜ਼ਾਦਾ ਸੀ। ਜਦੋਂ ਵੀ ਕੋਈ ਗੁਰਸਿੱਖੀ ਨੂੰ ਧਾਰਨ ਕਰਦਾ ਸੀ ਤਾਂ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਕਿ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ਿਸ਼ ਕਰਕੇ ਤੇ ਗੁਰਸਿੱਖਾਂ ਨੂੰ ਨਿਵਾਜਣਾ ਕੀਤਾ। ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜ਼ੁਲਮ ਨੂੰ ਮਿਟਾਉਣ ਦੇ ਲਈ ਪੂਰਨ ਸੰਤ ਸਿਪਾਹੀ ਦਾ ਸਰੂਪ ਬਖਸ਼ਿਸ਼ ਕਰਦਿਆਂ ਹੋਇਆਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਸ਼੍ਰੀ ਰਹਿਰਾਜ ਸਾਹਿਬ ਜੀ ਦੇ ਅੰਦਰ ਬਚਨ ਦੋਹਰਿਆਂ ਦੇ ਵਿੱਚ ਆਉਂਦੇ ਨੇ। ਸ਼੍ਰੀ ਦਸਮ ਦੀ ਬਾਣੀ ਜਦੋਂ ਆਪਾਂ ਪੜ੍ਹੀਏ ਤੇ ਬੇਅੰਤੀ ਬਚਨ ਮਹਾਰਾਜ ਜੀ ਨੇ ਲਿਖੇ ਨੇ ਵੀ ਪੰਥ ਨੂੰ ਪ੍ਰਗਟ ਕਰਨ ਦੇ ਵਾਸਤੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਆਗਿਆ ਕੀਤੀ ਹੈ। ਸੋ ਜਿਵੇਂ ਮਹਾਰਾਜ ਜੀ ਕਹਿੰਦੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕਉ ਸਾਜਾ। ਤੈਵੀਂ ਬਚਨ ਨੇ ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰਹੁ ਸਹਾਏ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਆਗਿਆ ਕੀਤੀ ਵੀ ਧਰਤੀ 'ਤੇ ਸੰਸਾਰ 'ਤੇ ਜਾ ਕਰਕੇ ਤੁਸੀਂ ਜ਼ੁਲਮ ਨੂੰ ਮਿਟਾਉਣਾ ਹੈ, ਜ਼ਾਲਮਾਂ ਦਾ ਨਾਸ਼ ਕਰਨਾ ਹੈ, ਤਾਂ ਜ਼ਾਲਮਾਂ ਦੀਆਂ ਜੜ੍ਹਾਂ ਪੁੱਟਣ ਦੇ ਵਾਸਤੇ ਤੁਹਾਨੂੰ ਬਹੁਤ ਹੀ ਤੇਜ਼ ਪ੍ਰਤਾਪ ਵਾਲਾ ਇੱਕ ਪੰਥ ਤਿਆਰ ਕਰਨਾ ਪਵੇਗਾ। ਤਾਂ ਉਸ ਵਕਤ ਫਿਰ ਮਹਾਰਾਜ ਜੀ ਕਹਿੰਦੇ ਵੀ ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਮਹਾਰਾਜ ਜੀ ਕਹਿੰਦੇ ਖਲੋ ਕੇ ਸਿਰ ਨਵਾ ਦਿੱਤਾ ਅਤੇ ਆਖਿਆ ਵੀ ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵੀ ਇਹ ਅਕਾਲ ਪੁਰਖ ਵਾਹਿਗੁਰੂ ਜੀ, ਇਹ ਪੰਥ ਵੀ ਤੁਹਾਡੀ ਸਹਾਇਤਾ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਹੀ ਸੰਸਾਰ 'ਤੇ ਪ੍ਰਗਟ ਹੋਵੇਗਾ। ਇੱਕ ਸਾਧ ਸੰਗਤ ਦੀ ਹੋਰ ਬੇਨਤੀ ਵਿਚਾਰ ਹੈ, ਇਕਾਗਰਤਾ ਬਖਸ਼ਿਓ। ਇੱਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਭਜਨ ਪੜ੍ਹਦੇ ਹਾਂ ਵੀ ਵੇਖੋ ਗੁਰੂ ਕਾ ਪੰਥ ਕਿੱਡਾ ਮਹਾਨ ਹੈ। ਜਿਹੜਾ ਵੀ ਪੰਥ ਖਾਲਸੇ ਦਾ ਮੈਂਬਰ ਬਣਦਾ ਹੈ ਵੱਡੇ ਭਾਗ ਨੇ।
ਖੰਡੇ ਬਾਟੇ ਦੀ ਪੌਲ ਛਕਣ ਦਾ ਸਾਰਿਆਂ ਨੂੰ ਹੁਕਮ ਹੈ। ਮਹਾਰਾਜ ਜੀ ਕਹਿੰਦੇ ਪ੍ਰਥਮ ਰਹਿਤ ਜਹ ਜਾਨ, ਖੰਡੇ ਕੀ ਪਾਹੁਲ ਛਕੈ। ਗੁਰਸਿੱਖ ਵਾਸਤੇ ਸਭ ਤੋਂ ਪਹਿਲੀ ਰਹਿਤ ਹੀ ਇਹ ਹੈ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਗੁਰੂ ਵਾਲਾ ਬਣੇ। ਤਾਂ ਮਹਾਰਾਜ ਜੀ ਕਹਿੰਦੇ ਸਤਿਗੁਰ ਕੈ ਜਨਮੇ ਗਵਨ ਮਟਾਇਆ। ਜਿਹੜਾ ਗੁਰੂ ਕੇ ਘਰ ਦੇ ਵਿੱਚ ਜਨਮ ਲੈ ਲੈਂਦਾ ਹੈ ਨਾ, ਗੁਰੂ ਵਾਲਾ ਬਣ ਜਾਂਦਾ ਹੈ, ਤਾਂ ਮਹਾਰਾਜ ਜੀ ਕਹਿੰਦੇ ਉਹਦੇ ਆਵਾਗਾਉਣ ਦਾ ਚੱਕਰ 84 ਲੱਖ ਜੂਨਾਂ ਦਾ ਚੱਕਰ ਕੱਟਿਆ ਜਾਂਦਾ। ਆਖੋ ਸਤਨਾਮ ਸ੍ਰੀ। ਆਵਾਜ਼ ਨਹੀਂ ਆਈ, ਫੇਰ ਕਹੋ ਸਤਨਾਮ ਸ੍ਰੀ। ਮੈਨੂੰ ਵੀ ਪਤਾ ਲੱਗੇ ਵੀ ਤੁਸੀਂ ਸੁਣਦੇ ਜੇ, ਨਹੀਂ ਤੇ ਹੁਣ ਪ੍ਰਸ਼ਾਦਾ ਪਾਣੀ ਛਕਿਆ ਵੀ ਸੁਸਤੀ ਜੀ ਪਈ ਹੁੰਦੀ ਆ। ਸੋ ਮਹਾਰਾਜ ਜੀ ਕਹਿੰਦੇ ਸਤਿਗੁਰ ਕੈ ਜਨਮੇ ਗਵਨ ਮਟਾਇਆ। ਜਿਹੜਾ ਗੁਰੂ ਕੇ ਘਰ ਦੇ ਵਿੱਚ ਜਨਮ ਲੈ ਲੈਂਦਾ, ਭਾਵ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਂਦਾ ਹੈ, ਤਾਂ ਮਹਾਰਾਜ ਜੀ ਕਹਿੰਦੇ ਆਵਾਗਾਉਣ ਦਾ ਚੱਕਰ ਉਹਦਾ ਕੱਟਿਆ ਜਾਂਦਾ ਹੈ। ਤਾਂ ਬੇਅੰਤੀ ਬਖਸ਼ਿਸ਼ਾਂ ਰਹਿਮਤਾਂ ਮਹਾਰਾਜ ਜੀ ਨੇ ਪੰਥ ਨੂੰ ਬਖਸ਼ੀਆਂ ਨੇ। ਤਾਂ ਰਹਿੰਦੀ ਦੁਨੀਆ ਤੱਕ ਕੋਈ ਵੀ ਸਾਜੇ ਹੋਏ ਪੰਥ ਨੂੰ ਨਹੀਂ ਮੁਕਾ ਸਕਦਾ। ਵੱਡੀਆਂ ਵੱਡੀਆਂ ਤਾਕਤਾਂ ਨੇ ਜ਼ੋਰ ਲਾਇਆ, ਚੜ੍ਹ ਕਰਕੇ ਜਰਵਾਣੇ ਆਉਂਦੇ ਰਹੇ। ਥੋੜ੍ਹੀ ਜਿਹੀ ਗਿਣਤੀ ਦੇ ਵਿੱਚ ਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਦੀ ਐਸੀ ਸ਼ਕਤੀ ਸੀ ਵੀ ਥੋੜ੍ਹੀ ਗਿਣਤੀ ਦੇ ਵਿੱਚ ਵੀ ਗੁਰਸਿੱਖ ਤਿਆਰ ਬਰ ਤਿਆਰ ਹੋ ਕੇ ਲੱਖਾਂ ਦੀ ਗਿਣਤੀ ਵਿੱਚ ਚੜ੍ਹ ਕੇ ਆਏ ਜਰਵਾਣਿਆਂ ਦਾ ਮੁਕਾਬਲਾ ਕਰਦੇ ਰਹੇ। ਤਾਂ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਵੇਖੋ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਕਹਿੰਦੇ ਜਿਹੜਾ ਪੈਦਾ ਹੁੰਦਾ ਨਾ, ਜਨਮ ਲੈ ਕੇ ਆਉਂਦਾ, ਉਹ ਅੱਜ ਜਾਂ ਕੱਲ੍ਹ ਨੂੰ ਸੰਸਾਰ ਤੋਂ ਚੱਲ ਵੱਸਦਾ ਹੈ। ਕੋਈ ਅੱਜ ਜਾ ਰਿਹਾ, ਕੋਈ ਕੱਲ੍ਹ ਨੂੰ ਜਾ ਰਿਹਾ ਹੈ। ਤਾਂ ਜਿਹੜਾ ਪ੍ਰਗਟ ਹੁੰਦਾ ਹੈ ਨਾ, ਪ੍ਰਗਟ ਉਹ ਜੁਗੋ ਜੁਗ ਅਟਲ ਰਹਿੰਦਾ ਹੈ, ਉਹ ਮਿਟਦਾ ਨਹੀਂ। ਤਾਂ ਭਾਈ ਸਾਹਿਬ ਗੁਰਦਾਸ ਜੀ ਨੇ ਬਚਨ ਲਿਖਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਵੀ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਨਮ ਲੈ ਕੇ ਨਹੀਂ ਆਏ, ਪ੍ਰਗਟ ਹੋਏ ਨੇ। ਇਸ ਕਰਕੇ ਮਹਾਰਾਜ ਜੀ ਜੁਗੋ ਜੁਗ ਅਟਲ ਨੇ। ਤਾਂ ਸਾਧ ਸੰਗਤ ਜੀ ਦੂਸਰਾ ਬਚਨ ਆਪਾਂ ਪੜ੍ਹਦੇ ਹਾਂ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀ ਪੈਦਾ ਨਹੀਂ ਹੋਏ, ਪ੍ਰਗਟ ਹੋਏ ਨੇ। ਤਾਂ ਸਾਧ ਸੰਗਤ ਜੀ ਤੀਸਰਾ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਈ ਆਪਾਂ ਪੜ੍ਹਦੇ ਹਾਂ, ਜੋ ਮਹਾਰਾਜ ਜੀ ਦੇ ਬਚਨ ਨੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਅੱਗੇ ਕੀ ਬਚਨ ਨੇ, ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਪ੍ਰਗਟ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਪ੍ਰਗਟ ਹੋਏ ਨੇ। ਤਾਂ ਚੌਥਾ ਆ ਗਿਆ ਗੁਰੂ ਕੇ ਖਾਲਸੇ ਵਾਸਤੇ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਕਾ ਖਾਲਸਾ ਪ੍ਰਗਟ ਕੀਤਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ। ਤਾਂ ਇਹ ਕਦੇ ਵੀ ਸੰਸਾਰ ਤੋਂ ਮਿਟ ਨਹੀਂ ਸਕਦਾ, ਕਿਉਂਕਿ ਜਿਹੜਾ ਪੈਦਾ ਹੋਇਆ ਮਹਾਰਾਜ ਜੀ ਕਹਿੰਦੇ ਮਿਟਦਾ ਉਹ ਹੈ, ਮਰਦਾ ਉਹ ਹੈ, ਮੁੱਕਦਾ ਉਹ ਹੈ। ਅਤੇ ਜਿਹੜਾ ਪ੍ਰਗਟ ਹੁੰਦਾ ਉਹ ਜੁਗੋ ਜੁਗ ਅਟਲ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਦਸਵੇਂ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪ੍ਰਗਟ ਹੋਏ, ਅਤੇ ਗੁਰੂ ਕਾ ਖਾਲਸਾ ਵੀ ਪ੍ਰਗਟ ਹੋਇਆ ਹੈ। ਇਸ ਕਰਕੇ ਦੁਨੀਆ ਦੀ ਕੋਈ ਤਾਕਤ ਮਹਾਰਾਜ ਜੀ ਕਹਿੰਦੇ ਖਾਲਸੇ ਨੂੰ ਕਦੀ ਮਿਟਾ ਨਹੀਂ ਸਕਦੀ, ਖਤਮ ਨਹੀਂ ਕਰ ਸਕਦੀ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਕਾ ਖਾਲਸਾ ਬਣਨਾ ਚਾਹੀਦਾ ਹੈ। ਗੁਰਬਾਣੀ ਦੇ ਨਾਲ, ਰਹਿਤ ਦੇ ਨਾਲ ਜੁੜ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਸੋ ਸਾਧ ਸੰਗਤ ਜੀ
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵਿਸਾਖੀ ਵਾਲੇ ਪੁਰਬ 'ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪਾਵਨ ਸਥਾਨ 'ਤੇ ਵੱਡੀ ਗਿਣਤੀ ਦੇ ਵਿੱਚ 10 ਲੱਖ ਦੇ ਕਰੀਬ ਗ੍ਰੰਥਾਂ ਦੇ ਅੰਦਰ ਗਿਣਤੀ ਦਾ ਜ਼ਿਕਰ ਆਇਆ ਵੀ ਵਿਸਾਖੀ ਵਾਲੇ ਪੁਰਬ 'ਤੇ 10 ਲੱਖ ਦੇ ਕਰੀਬ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਜੁੜੀਆਂ ਹਨ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿੱਥੇ ਸੁੰਦਰ ਦੀਵਾਨ ਸਜਾਇਆ, ਉਸ ਦੀਵਾਨ ਦੇ ਵਿੱਚ 80,000 ਸੰਗਤਾਂ ਦਾ ਇਕੱਠ ਹੈ। ਤਾਂ ਭਰੇ ਹੋਏ ਦਰਬਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਪ੍ਰਗਟ ਕਰਨ ਦੇ ਲਈ, ਖਾਲਸੇ ਦੀ ਸਿਰਜਣਾ ਕਰਨ ਦੇ ਲਈ ਜੋ ਮਹਾਰਾਜ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਜੋ ਮਹਾਰਾਜ ਜੀ ਕਹਿੰਦੇ ਹਨ ਕਿ ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾੜ ਨਾ ਕੀਜੈ। ਮਰਜੀਵੜਿਆਂ ਦਾ ਪੰਥ ਮਹਾਰਾਜ ਜੀ ਸਾਜਣ ਦੇ ਲਈ, ਜਿਨ੍ਹਾਂ ਨੂੰ ਮੌਤ ਦਾ ਡਰ ਹੀ ਨਾ ਹੋਵੇ, ਪਹਿਲਾਂ ਮਾਰ ਕੇ ਫੇਰ ਉਹਨਾਂ ਨੂੰ ਸਦੀਵੀ ਜੀਵਨ ਦੇਣ ਦੇ ਲਈ ਮਹਾਰਾਜ ਸਾਹਿਬ ਜੀ ਤਲਵਾਰ ਸਟੇਜ 'ਤੇ ਆਏ ਹਨ। ਬਿਜਲੀ ਦੀ ਤਰ੍ਹਾਂ ਲਿਸ਼ਕਦੀ ਹੋਈ ਭਗਉਤੀ ਸ੍ਰੀ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਪਕੜੀ ਹੈ। ਉੱਚੀ ਆਵਾਜ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ, ਭਾਈ ਇੱਕ ਸੀਸ ਚਾਹੀਦਾ ਹੈ, ਕੋਈ ਸਿੱਖ ਸੂਰਮਾ ਉੱਠੇ ਔਰ ਆਪਣਾ ਸਿਰ ਭੇਟਾ ਦੇ ਕੇ ਗੁਰੂ ਕੀ ਖੁਸ਼ੀ ਨੂੰ ਪ੍ਰਾਪਤ ਕਰੇ। ਤਾਂ ਸਾਧ ਸੰਗਤ ਜੀ ਉਸ ਪੰਡਾਲ ਦੇ ਵਿੱਚ ਸਨਾਟਾ ਛਾ ਗਿਆ। ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਬੈਠੇ ਸਨ, ਉਹਨਾਂ ਨੇ ਮੂੰਹ ਠਾਹ ਨੂੰ ਕਰ ਲਏ ਐਸਾ ਬਚਨ ਮਹਾਰਾਜ ਜੀ ਦਾ ਸੁਣ ਕੇ ਕਿ ਕੌਣ ਹੁਣ ਅੱਗੇ ਜਾ ਕੇ ਆਪਣਾ ਸਿਰ ਜਿਹੜਾ ਹੈ ਬਿਨਾਂ ਆਈ ਤੋਂ ਹੀ ਆਪਣਾ ਸਿਰ ਦੇ ਦੇਵੇ। ਤਾਂ ਕਹਿਣ ਲੱਗੇ ਜਿਹੜੇ ਪ੍ਰਸ਼ਾਦ ਪਾਣੀ ਛਕਣ ਵਾਲੇ ਸਨ, ਉਹ ਸਾਰੇ ਉੱਥੋਂ ਜਿਹੜੇ ਨੇ ਨੀਵੇਂ ਹੋ ਕੇ ਭੱਜ ਗਏ ਵੀ ਕਿਤੇ ਮਹਾਰਾਜ ਜੀ ਸਾਨੂੰ ਹੀ ਪਕੜ ਕੇ ਨਾ ਝਟਕਾ ਦੇਣ। ਕਹਿਣ ਲੱਗੇ ਇਸ ਪ੍ਰਕਾਰ ਤੀਸਰੀ ਵਾਰ ਜਦੋਂ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਚੀ ਆਵਾਜ਼ ਦੇ ਵਿੱਚ ਆਖਿਆ, ਭਾਈ ਸੀਸ ਚਾਹੀਦਾ ਹੈ, ਐਸਾ ਪੰਥ ਸਜਾਉਣਾ ਹੈ ਜਿਹੜਾ ਜੁਗੋ ਜੁਗ ਅਟਲ ਰਹੇਗਾ। ਤਾਂ ਭਾਈ ਦਇਆ ਰਾਮ ਜੀ ਲਾਹੌਰ ਦੇ ਰਹਿਣ ਵਾਲੇ ਸਾਧ ਸੰਗਤ ਜੀ ਉੱਠੇ ਹਨ, ਆਪਣੀ ਭੁੱਲ ਵੀ ਬਖਸ਼ਾਉਂਦੇ ਨੇ ਕਿ ਮਹਾਰਾਜ ਪਹਿਲੇ ਵਚਨ ਤੇ ਦੂਸਰੇ ਵਚਨ ਤੇ ਨਹੀਂ ਉੱਠਿਆ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ 5 ਗੁਰੂ ਕੇ ਸਿੱਖ ਉੱਠ ਕਰਕੇ ਮਹਾਰਾਜ ਸਾਹਿਬ ਜੀ ਦੇ ਕੋਲ ਆਏ, ਪੰਜਾਂ ਦੇ ਸਿਰ ਮਹਾਰਾਜ ਜੀ ਨੇ ਪ੍ਰਵਾਨ ਕੀਤੇ। ਤਾਂ ਫਿਰ ਇਸ ਪ੍ਰਕਾਰ ਜਿਵੇਂ ਗੁਰਬਾਣੀ ਦੇ ਬਚਨ ਹਨ ਕਿ ਮਿਰਤਕ ਕਉ ਪਾਇਓ ਤਨ ਸਾਸਾ ਬਿਸ਼ਰੁ ਧਿਆਨ ਮਿਲਾਇਆ। ਮਹਾਰਾਜ ਸਾਹਿਬ ਜੀ ਨੇ ਪੰਜਾਂ ਸਿੱਖਾਂ ਦੇ ਸਿਰ ਲੈ ਕਰਕੇ ਤਾਂ ਉਹਨਾਂ ਨੂੰ ਸਾਧ ਸੰਗਤ ਜੀ ਫੇਰ ਦੁਬਾਰਾ ਸਰਜੀਤ ਕੀਤਾ। ਅੰਮ੍ਰਿਤ ਦੀ ਦਾਤ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਈ ਵਾਰ ਮਨ ਦੇ ਅੰਦਰ ਇਹ ਸ਼ੰਕਾ ਆਉਂਦਾ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰ ਕੱਟ ਕੇ ਫਿਰ ਕਿਵੇਂ ਜਿਹੜਾ ਸਰਜੀਤ ਕਰ ਸਕਦੇ ਨੇ, ਕਿਉਂਕਿ ਸਾਧ ਸੰਗਤ ਜੀ ਪਹਿਲਾਂ ਜਾਮਿਆਂ ਦੇ ਵਿੱਚ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜਦੋਂ ਦਿੱਲੀ ਵਿਖੇ ਮਹਾਰਾਜ ਜੀ ਗਏ ਨੇ ਤਾਂ ਉੱਥੇ ਹਾਥੀ ਇੱਕ ਮੁਹਾਵਤ ਦਾ ਮਰ ਗਿਆ। ਉਹਨੇ ਮਹਾਰਾਜ ਸਾਹਿਬ ਜੀ ਨੂੰ ਸਤਿਗੁਰੂ ਜਾਣ ਕੇ, ਸਤਿਪੁਰਸ਼ ਜਾਣ ਕੇ ਬੇਨਤੀ ਕੀਤੀ, ਮਹਾਰਾਜ ਘਰ ਦੇ ਵਿੱਚ ਗਰੀਬੀ ਆ, ਕਮਾਈ ਦਾ ਕੋਈ ਸਾਧਨ ਨਹੀਂ, ਕਿਰਪਾ ਕਰੋ, ਜਿਹੜਾ ਹਾਥੀ ਮਰ ਚੁੱਕਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਵੀ ਜਲ ਦੇ ਛਿੱਟੇ ਮਾਰੋ ਸਤਿਨਾਮ ਵਾਹਿਗੁਰੂ ਕਹਿ ਕੇ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਹਾਥੀ ਜਿਉਂਦਾ ਕੀਤਾ। ਬੇਨਤੀ ਇਹ ਜਿਹੜੀਆਂ ਸਾਖੀਆਂ ਨੇ ਕਿ ਪਹਿਲੇ ਜਨਮ ਦੇ ਵਾਹਿਗੁਰੂ ਪਹਿਲੇ ਜਾਮੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਹਾਥੀ ਜਿਉਂਦਾ ਕੀਤਾ। ਫਿਰ ਇਸੇ ਪ੍ਰਕਾਰ ਜੋ ਸਤਿਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਜੋ ਇੱਕ ਮਾਤਾ ਦਾ ਪੁੱਤਰ ਚਲਾਣਾ ਕਰ ਗਿਆ, ਉਸ ਨੂੰ ਮਹਾਰਾਜ ਜੀ ਨੇ ਸੁਰਜੀਤ ਕੀਤਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਨੇ
ਜੋ ਭਾਈ ਮੋਹਨ ਜੀ ਉਹਨਾਂ ਦੇ ਸਾਥੀ ਸਨ, ਉਹਨਾਂ ਨੂੰ ਜੀਵਤ ਕੀਤਾ। ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਜਿਹੜੀ ਗਊ ਸੀ ਜਿਉਂਦੀ ਕਰ ਦਿੱਤੀ। ਤਾਂ ਇੰਨੀ ਵੱਡੀ ਸਮਰੱਥਾ ਮਹਾਰਾਜ ਜੀ ਦੇ ਅੰਦਰ ਹੈ ਵੀ ਸਤਿਗੁਰੂ ਜੀ ਮਾਰ ਕੇ, ਕਿਉਂਕਿ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਸਤਿਗੁਰੂ ਜੀ ਐਸੇ ਸਰਬ ਸ਼ਕਤੀਮਾਨ ਨੇ ਕਿ ਜੇ ਚਾਹੁਣ ਤਾਂ ਬਿਨਾਂ ਹੀ ਸਵਾਸਾਂ ਤੋਂ ਮਹਾਰਾਜ ਜੀ ਜਿਉਂਦੇ ਰੱਖ ਸਕਦੇ ਹਨ। ਤਾਂ ਸਤਿਗੁਰੂ ਜੀ ਨੇ ਪੰਜਾਂ ਸਿੱਖਾਂ ਦੇ ਸੀਸ ਲੈ ਕੇ ਫਿਰ ਉਹਨਾਂ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਕਰਕੇ ਸੁਰਜੀਤ ਕੀਤਾ। ਫਿਰ ਮਹਾਰਾਜ ਸਾਹਿਬ ਜੀ ਨੇ ਰਹਿਤ ਦ੍ਰਿੜ ਕਰਵਾਈ। ਪੰਜਾਂ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਵਾਰ-ਵਾਰ ਫਤਿਹ ਬੁਲਾਈ ਅਤੇ ਭਾਈ ਦਇਆ ਰਾਮ ਜੀ ਦੇ ਨਾਲ ਦਇਆ ਸਿੰਘ ਲਾ ਦਿੱਤਾ, ਧਰਮਚੰਦ ਜੀ ਦੇ ਨਾਲ ਸਿੰਘ ਲਾ ਦਿੱਤਾ। ਇਸ ਪ੍ਰਕਾਰ ਫਿਰ ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹ ਬਚਨ ਕੀਤੇ ਕਿ ਅੱਜ ਤੋਂ ਇਹ ਖਾਲਸਾ ਵਾਹਿਗੁਰੂ ਦਾ ਹੈ, ਵਾਹਿਗੁਰੂ ਦੀ ਫਤਿਹ ਹੈ, ਖਾਲਸਾ ਵਾਸੀ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਹੈ। ਤਾਂ ਇਸ ਪ੍ਰਕਾਰ ਸਤਿਗੁਰੂ ਜੀ ਨੇ ਫਿਰ ਸਾਧ ਸੰਗਤ ਜੀ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਆਪ ਵੀ ਪੰਜ ਪਿਆਰੇ ਸਾਹਿਬਾਨਾਂ ਤੋਂ ਅੰਮ੍ਰਿਤ ਦੀ ਦਾਤ ਮਹਾਰਾਜ ਜੀ ਨੇ ਪ੍ਰਾਪਤ ਕੀਤੀ। ਤਾਂ ਪੁਰਾਣੇ ਗ੍ਰੰਥਾਂ ਦੇ ਅੰਦਰ ਇਹ ਜ਼ਿਕਰ ਮਿਲਦਾ ਹੈ ਕਿ ਗੁਰੂ ਕੇ ਮਹਿਲਾਂ ਨੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਇਹ ਜਦੋਂ ਅੰਮ੍ਰਿਤ ਦੀ ਦਾਤ ਮਹਾਰਾਜ ਜੀ ਨੇ ਬਖਸ਼ੀ ਤਾਂ ਸਾਰਿਆਂ ਨੇ ਅੰਮ੍ਰਿਤ ਨੂੰ ਪ੍ਰਾਪਤ ਕੀਤਾ। ਉੱਥੇ ਸਾਧ ਸੰਗਤ ਜੀ ਗੁਰੂ ਕੇ ਦਰਬਾਰ ਦੇ ਵਿੱਚ ਔਰੰਗਜ਼ੇਬ ਦਾ ਇੱਕ ਜਸੂਸ ਅਬੁਲ ਤੁਰਾਨੀ ਜਿਸ ਦਾ ਨਾਮ ਆਉਂਦਾ ਹੈ, ਉਹ ਵੀ ਇੱਥੇ ਬ੍ਰਾਹਮਣੀ ਲਿਬਾਸ ਦੇ ਵਿੱਚ ਧੋਤੀ ਬੰਨ੍ਹ ਕੇ ਬ੍ਰਾਹਮਣਾਂ ਵਾਲੇ ਵਸਤਰ ਪਾ ਕੇ ਤਾਂ ਸਾਰੀ ਜਿਹੜੀ ਰਿਪੋਰਟ ਸੀ ਨਾ ਗੁਰੂ ਕੇ ਦਰਬਾਰ ਦੀ ਔਰੰਗਜ਼ੇਬ ਨੂੰ ਭੇਜਦਾ ਸੀ ਵੀ ਕੀ ਕੀ ਹੋ ਰਿਹਾ ਹੈ। ਜਦੋਂ ਉਹਨੇ ਐਸਾ ਕੌਤਕ ਵੇਖਿਆ ਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਤਲਵਾਰ ਲੈ ਕੇ ਪੰਜਾਂ ਸਿੱਖਾਂ ਦੇ ਸਿਰ ਜਿਹੜੇ ਧੜ ਤੋਂ ਜੁਦਾ ਕਰ ਦਿੱਤੇ, ਕੱਟ ਦਿੱਤੇ, ਤਾਂ ਫਿਰ ਸਤਿਗੁਰੂ ਮਹਾਰਾਜ ਜੀ ਨੇ ਦੁਬਾਰਾ ਹੀ ਉਹਨਾਂ ਨੂੰ ਇੱਕ ਐਸਾ ਪ੍ਰਤਾਪ ਵਾਲਾ ਰੂਪ ਦਿੱਤਾ ਵੀ ਜਿਨ੍ਹਾਂ ਦੀ ਕੁਝ ਨੁਹਾਰ ਹੀ ਵੱਖਰੀ ਸੀ, ਜਿਨ੍ਹਾਂ ਵੱਲ ਵੇਖਿਆ ਨਹੀਂ ਸੀ ਜਾਂਦਾ। ਐਂ ਲੱਗਦਾ ਸੀ ਵੀ ਸਟੇਜ ਦੇ ਉੱਪਰ 6 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੜੇ ਹਨ। ਤਾਂ ਐਸਾ ਉਹਨਾਂ ਦਾ ਪ੍ਰਤਾਪ ਸੀ। ਅਬੁਲ ਤੁਰਾਨੀ ਕਹਿੰਦਾ ਵੀ ਵੱਡੀ ਗਿਣਤੀ ਦੇ ਵਿੱਚ ਜਦੋਂ ਸੰਗਤਾਂ 'ਤੇ ਪ੍ਰਭਾਵ ਪਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਾ ਪੰਥ ਸਾਧਿਆ, ਪੰਜ ਪਿਆਰਿਆਂ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਦਿੱਤਾ। ਤਾਂ ਅਬੁਲ ਤੁਰਾਨੀ ਰਿਪੋਰਟ ਦੇ ਵਿੱਚ ਲਿਖਦਾ ਔਰੰਗਜ਼ੇਬ ਨੂੰ ਵੀ ਮੈਂ ਕਈ ਰਿਪੋਰਟਾਂ ਪਹਿਲਾਂ ਤੈਨੂੰ ਲਿਖ ਕੇ ਭੇਜੀਆਂ ਨੇ, ਪਰ ਇਹ ਰਿਪੋਰਟ ਅਖੀਰਲੀ ਹੋਵੇਗੀ, ਕਿਉਂਕਿ ਅੱਜ ਮੈਂ ਆਪਣੀਆਂ ਅੱਖਾਂ ਦੇ ਨਾਲ ਇਹ ਕੌਤਕ ਵੇਖਿਆ ਹੈ ਜਿਹੜਾ ਬੜਾ ਅਸਚਰਜ ਹੈ, ਜਿਹਨੇ ਹੈਰਾਨ ਕਰ ਦਿੱਤਾ। ਤਾਂ ਕਹਿਣ ਲੱਗਾ ਵੀ ਜਦੋਂ ਮਹਾਰਾਜ ਸਾਹਿਬ ਜੀ ਨੇ ਫਿਰ ਆਪ ਅੰਮ੍ਰਿਤ ਦੀ ਦਾਤ ਮੰਗੀ, ਪੰਜ ਪਿਆਰਿਆਂ ਤੋਂ ਬਾਅਦ ਪੰਜ ਸਿੰਘ ਹੋਰ ਖੜੇ ਹੋ ਗਏ, ਉਹਨਾਂ ਨੂੰ ਮਹਾਰਾਜ ਜੀ ਨੇ ਪੰਜ ਵੀਰਾਂ ਦਾ ਖਿਤਾਬ ਦਿੱਤਾ ਹੈ। ਵੱਡੀ ਗਿਣਤੀ ਵਿੱਚ ਕਹਿੰਦੇ ਫਿਰ ਸੰਗਤਾਂ ਖੜੀਆਂ ਹੋ ਗਈਆਂ। ਤਾਂ ਅਬੁਲ ਤੁਰਾਨੀ ਕਹਿੰਦਾ ਮੇਰੇ ਤੋਂ ਵੀ ਨਹੀਂ ਰਿਹਾ ਗਿਆ। ਫਿਰ ਮੈਂ ਵੀ ਮਹਾਰਾਜ ਸਾਹਿਬ ਜੀ ਦਾ ਸੇਵਕ ਬਣ ਕੇ ਉਹ ਲੈਣ ਦੇ ਵਿੱਚ ਹੀ ਲੱਗ ਗਿਆ ਔਰ ਆਖਿਆ ਵੀ ਆਪਣਾ ਜੀਵਨ ਸਫਲ ਕਰ ਲੈਣਾ ਚਾਹੀਦਾ ਹੈ, ਸਮਾਂ ਪਤਾ ਨਹੀਂ ਫਿਰ ਮਿਲਣਾ ਕਿ ਨਹੀਂ ਮਿਲਣਾ। ਔਰੰਗਜ਼ੇਬ ਦਾ ਜਸੂਸ ਕਹਿੰਦਾ ਕਿ ਮੈਂ ਵੀ ਉਸ ਲੈਣ ਦੇ ਕਤਾਰ ਦੇ ਵਿੱਚ ਖੜੇ ਹੋ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ, ਅੰਮ੍ਰਿਤ ਛਕਿਆ। ਤਾਂ ਸਾਧ ਸੰਗਤ ਜੀ ਫਿਰ ਉਹ ਜਿਹੜਾ ਜਸੂਸ ਸੀ ਉਹਦਾ ਨਾਮ ਕਹਿੰਦੇ ਅਜਮੇਰ ਸਿੰਘ ਹੋਇਆ ਅਤੇ ਕਈ ਜੰਗਾਂ ਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਥੀ ਬਣ ਕੇ ਲੜਦਾ ਰਿਹਾ। ਐਸੀ ਬਖਸ਼ਿਸ਼ ਮਹਾਰਾਜ ਜੀ ਦੇ ਅੰਮ੍ਰਿਤ ਦੇ ਵਿੱਚ ਹੈ। ਤਾਂ ਫਿਰ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਵੀ ਜਿੰਨੇ ਵੀ ਗੁਰੂ ਕਾ ਪੰਥ ਖਾਲਸੇ ਦੇ ਵਿੱਚ ਆਉਣਾ, ਸ਼ਾਮਲ ਹੋਣਾ ਹੈ, ਉਹ ਜ਼ਰੂਰ ਪਰ ਜ਼ਰੂਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ। ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਉਲ ਛਕੇ। ਤਾਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਹਿਬ ਜੀ ਕਹਿੰਦੇ ਦਾਤ ਪ੍ਰਾਪਤ ਕਰਨ ਦੇ ਨਾਲ ਆਵਾਗਾਉਣ ਦਾ ਚੱਕਰ ਜਨਮਾਂ ਜਨਮਾਂਤਰਾਂ ਦੇ ਗੇੜੇ ਮਿਟ ਜਾਂਦੇ ਹਨ। ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਅੰਮ੍ਰਿਤ ਛਕਣ ਦੇ ਨਾਲ ਜੀਵ ਦੀ ਗੁਰੂ ਘਰ ਦੇ ਅੰਦਰ ਸਾਧ ਸੰਗਤ ਜੀ ਜਿਹੜੀ ਹੈ ਨਾ ਉਹ ਆਰੰਭਤਾ ਹੋ ਜਾਂਦੀ ਹੈ, ਜਨਮ ਹੋ ਜਾਂਦਾ ਹੈ। ਤਾਂ ਫਿਰ ਸਤਿਗੁਰੂ ਜੀ ਆਪ ਇਹਦੀ ਰੱਖਿਆ ਕਰਦੇ ਹਨ।
ਤਾਂ ਰਹਿਤ ਵੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। 5 ਕਕਾਰ ਮਹਾਰਾਜ ਜੀ ਨੇ ਬਖਸ਼ੇ ਨੇ। ਤਾਂ 5 ਕਕਾਰ ਜਿਹੜੇ ਮਹਾਰਾਜ ਜੀ ਨੇ ਬਖਸ਼ੇ ਨੇ, ਇਹਨਾਂ ਦੀ ਸਾਧ ਸੰਗਤ ਦੀ ਰਹਿਤ ਹੈ। ਜਾਂ ਜਿਵੇਂ ਕਿਸੇ ਗੁਰਮੁਖ ਪਿਆਰੇ ਨੇ ਬਚਨ ਕੀਤੇ ਹਨ ਵੀ ਕੜਾ ਕਹੇ ਚੋਰੀ ਜਾਰੀ ਘਾਤ ਕੋ ਨਾ ਹਾਥ ਲਾਈ, ਕਛ ਕਹੇ ਜਤੀ ਰਹੇ ਤਿਆਗ ਪਰ ਨਾਰ ਕੋ, ਕੇਸ ਕਹਿਣ ਸਾਡੇ ਵਾਂਗੂ ਗੁਣਾ ਰੂਪੀ ਕੇਸ ਧਾਰ। ਤਾਂ ਇਸੇ ਪ੍ਰਕਾਰ ਕਿਰਪਾਨ ਕਹੇ ਕਾਟ ਕਾਮ ਕ੍ਰੋਧ ਅਹੰਕਾਰ ਕੋ, ਕੰਗਾ ਕਹੇ ਟੁੱਟੇ ਹੋਏ ਰੋਮਾ ਵਾਂਗੂ ਤਜ ਪਾਪ ਨਿੰਦਾ, ਅੰਮ੍ਰਿਤ ਕਹੈ ਅਮਰ ਹੋ ਜਾ ਪੀ ਕੇ ਸ਼ਬਦ ਛਾਰ ਕੋ। ਬੜੀ ਵੱਡੀ ਸਾਧ ਸੰਗਤ ਦੀ ਰਹਿਤ ਹੈ। ਜਿਹੜੇ 5 ਕਕਾਰ ਮਹਾਰਾਜ ਜੀ ਨੇ ਬਖਸ਼ੇ ਨੇ, ਇਹ ਨਹੀਂ ਵੀ ਇਹਨਾਂ ਦੀ ਆਪਾਂ ਕੇਵਲ ਸਾਫ ਸਫਾਈ ਰੱਖਣੀ ਹੈ। ਬਾਹਰੀ ਜਿਹੜੇ ਆਪਾਂ ਕਕਾਰ ਮਹਾਰਾਜ ਜੀ ਦੇ ਬਖਸ਼ੇ ਧਾਰਨ ਕਰਦੇ ਹਾਂ, ਇਹਨਾਂ ਦੀ ਅੰਤਰੀਵ ਰਹਿਤ ਵੀ ਹੈ। ਕਹਿੰਦੇ ਕੜਾ ਕੀ ਸਿੱਖਿਆ ਦਿੰਦਾ, ਕੜਾ ਕਹੇ ਚੋਰੀ ਜਾਰੀ ਪਾਪ ਕੋ ਨਾ ਹਾਥ ਲਾਈ। ਕੜਾ ਮਹਾਰਾਜ ਜੀ ਦਾ ਸਿੱਖਿਆ ਦੇ ਰਿਹਾ ਵੀ ਵੇਖੀ ਕਿਤੇ ਪਾਪ ਕਰਮ ਨਾ ਕਰੀ, ਨਾ ਚੋਰੀ ਕਰੀ, ਨਾ ਕਿਤੇ ਗਲਤ ਥਾਂ ਸੈਨ ਕਰੀ, ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕਰਮ ਨਾ ਕਰੀ। ਕੜਾ ਕਹੇ ਚੋਰੀ ਜਾਰੀ ਘਾਤ ਕੋ ਨਾ ਹਾਥ ਲਾਈ, ਕਛ ਕਹੇ ਜਤੀ ਰਹੇ ਤਿਆਗ ਪਰ ਨਾਰ ਕੋ। ਤਾਂ ਕਛਹਿਰਾ ਮਹਾਰਾਜ ਜੀ ਦਾ ਕਹਿੰਦਾ ਹੈ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਰਹਿ। ਇਸ ਪ੍ਰਕਾਰ ਫਿਰ ਸਾਧ ਸੰਗਤ ਜੀ ਅੱਗੇ ਕਹਿੰਦੇ ਜੋ ਕਛ ਕਹੇ ਜਤੀ ਰਹੇ ਤਿਆਗ ਪਰ ਨਾਰ ਕੋ, ਕੇਸ ਕਹਿਣ ਸਾਡੇ ਵਾਂਗੂ ਗੁਣਾ ਰੂਪੀ ਕੇਸ ਧਾਰ। ਕੇਸ ਸਿੱਖਿਆ ਦੇ ਰਹੇ ਨੇ ਵੀ ਜਿਵੇਂ ਅਸੀਂ ਬੜੇ ਸੰਘਣੇ ਹਾਂ ਸਿਰ ਦੇ ਵਿੱਚ, ਇਵੇਂ ਆਪਣੇ ਅੰਦਰ ਗੁਣ ਵਸਾਉਣਾ ਕਰ। ਔਗਣਾਂ ਨੂੰ ਤਿਆਗ, ਜਿਵੇਂ ਮਹਾਰਾਜ ਜੀ ਨੇ ਕਿਹਾ ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਔਗਣਾਂ ਦੇ ਉਹੀ ਧਾਰਨੀ ਨੇ ਜਿਹੜੇ ਦੂਜਿਆਂ ਦੇ ਔਗਣ ਵੇਖਦੇ ਹਨ। ਤਾਂ ਗੁਣਾਂ ਦੀ ਸਾਂਝ ਮਹਾਰਾਜ ਜੀ ਨੇ ਕਿਹਾ ਕਰਨੀ ਚਾਹੀਦੀ ਹੈ। ਤਾਂ ਕੇਸ ਕਹਿਣ ਸਾਡੇ ਵਾਂਗੂ ਗੁਣਾ ਰੂਪੀ ਕੇਸ ਧਾਰ, ਕਿਰਪਾਨ ਕਹੇ ਕਾਟ ਕਾਮ ਕ੍ਰੋਧ ਅਹੰਕਾਰ ਕੋ। ਤਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਪਾਈ ਹੋਈ ਗਲ ਦੇ ਵਿੱਚ ਕਿਰਪਾਨ, ਅੱਜ ਬੜੀ ਸੰਗ ਲੱਗਦੀ ਨਾ, ਅੰਮ੍ਰਿਤ ਛਕਿਆ ਹੁੰਦਾ ਅਤੇ ਥੱਲਿਓਂ ਦੀ ਆਪਾਂ ਕਿਰਪਾਨ ਪਾਉਂਦੇ ਹਾਂ, ਆਪਣੇ ਆਪ ਦੀ ਜਿਹੜੀ ਆ ਉਹ ਬੇਇੱਜ਼ਤੀ ਮਹਿਸੂਸ ਕਰਦੇ ਵੀ ਪਰਿਵਾਰ ਵਾਲੇ ਸੰਬੰਧੀ ਕੀ ਕਹਿਣਗੇ। ਪਰ ਸਾਧ ਸੰਗਤ ਜੀ ਇਹ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰ ਦੀ ਨਿਸ਼ਾਨੀ ਹੈ। ਤਾਂ ਕਿਰਪਾਨ ਪਾਨ ਧਾਰਿਅੰ ਕਰੋੜ ਪਾਪ ਟਾਰਿਅੰ। ਕਿਰਪਾਨ ਧਾਰਨ ਕਰਨ ਦੇ ਨਾਲ ਕਰੋੜਾਂ ਹੀ ਪਾਪਾਂ ਦਾ ਮਹਾਰਾਜ ਜੀ ਕਹਿੰਦੇ ਖਾਤਮਾ ਹੁੰਦਾ ਹੈ। ਕਿਰਪਾਨ ਕਹੈ ਸਾਡੇ ਵਾਂਗੂ, ਕਿਰਪਾਨ ਕਹੈ ਕਾਟ ਕਾਮ ਕ੍ਰੋਧ ਅਹੰਕਾਰ ਕੋ। ਕਿਰਪਾਨ ਸਿੱਖਿਆ ਦਿੰਦੀ ਵੀ ਜਿਵੇਂ ਮੈਂ ਜਵਾਲਮਾਂ ਦੇ ਸੀਨੇ ਚੀਰ ਦਿੰਦੀ ਹਾਂ, ਇਸੇ ਤਰ੍ਹਾਂ ਤੂੰ ਵਿਚਾਰ ਰੂਪੀ ਕਿਰਪਾਨ ਦੇ ਨਾਲ ਕਾਮ ਕ੍ਰੋਧ ਅਹੰਕਾਰ ਰੂਪੀ ਜਿਹੜੇ ਜ਼ਾਲਮ ਬੈਠੇ ਨੇ ਅੰਦਰ, ਉਹਨਾਂ ਦਾ ਖਾਤਮਾ ਕਰ। ਤੇ ਫਿਰ ਕੰਗਾ ਕਹੇ ਟੁੱਟੇ ਹੋਏ ਰੋਮਾਂ ਵਾਂਗੂ ਤਜ ਪਾਪ ਨਿੰਦਾ। ਕੰਗਾ ਕਹਿੰਦਾ ਵੀ ਜਦੋਂ ਆਪਾਂ ਕੇਸਾਂ ਦੇ ਵਿੱਚ ਕੰਗਾ ਕਰਦੇ ਹਾਂ, ਟੁੱਟੇ ਹੋਏ ਰੋਮ ਬਾਹਰ ਨਿਕਲਦੇ ਨੇ। ਤਾਂ ਇੱਦਾਂ ਮਹਾਰਾਜ ਸਾਹਿਬ ਜੀ ਦਾ ਕੰਗਾ ਸਿੱਖਿਆ ਦਿੰਦਾ ਵੀ ਹਿਰਦੇ ਦੇ ਵਿੱਚ ਪਾਪ ਚੁਗਲੀ ਈਰਖਾ ਨੂੰ ਬਾਹਰ ਕੱਢ। ਕੰਗਾ ਕਹੇ ਟੁੱਟੇ ਹੋਏ ਰੋਮਾਂ ਵਾਂਗੂ ਤਜ ਪਾਪ ਨਿੰਦਾ, ਅੰਮ੍ਰਿਤ ਕਹੇ ਅਮਰ ਹੋ ਜਾ ਪੀ ਕੇ ਸ਼ਬਦ ਛਾਰ ਕੋ। ਅੰਮ੍ਰਿਤ ਮਹਾਰਾਜ ਜੀ ਦਾ ਸਿੱਖਿਆ ਦੇ ਰਿਹਾ ਵੀ ਮੈਨੂੰ ਹੁਣ ਤੂੰ ਛਕ ਲਿਆ ਹੈ, ਹੁਣ ਹੋਰ ਕੰਮ ਕੀ ਕਰ ਵੀ ਗੁਰੂ ਕੇ ਸ਼ਬਦ ਰੂਪੀ ਅੰਮ੍ਰਿਤ ਨੂੰ ਛਕ ਕੇ ਸ਼ਬਦ ਦੀ ਕਮਾਈ ਕਰਦਿਆਂ, ਗੁਰੂ ਕੇ ਸ਼ਬਦ ਦਾ ਜਾਪ ਕਰਦਿਆਂ ਅਮਰ ਹੋ ਜਾਣਾ ਕਰ। ਤਾਂ ਸਾਧ ਸੰਗਤ ਜੀ ਕਵੀ ਜਿਹੜੇ ਮਹਾਰਾਜ ਜੀ ਦੇ ਕਕਾਰਾਂ ਦੀ ਸਿੱਖਿਆ ਦੇ ਵਚਨ ਸਾਨੂੰ ਦਰਸਾ ਰਹੇ ਨੇ, ਅਖੀਰ 'ਤੇ ਕਹਿੰਦੇ ਨੇ ਵੀ ਐਸੇ 5 ਕੱਕੇ ਜਿਨ ਧਾਰੇ ਸੰਗਤ ਖਾਲਸਾ ਜੀ, ਪਾਵੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਦਦਾਰ ਕੋ। ਜਿਹਨੇ ਐਸੇ 5 ਕੱਕੇ ਧਾਰਨ ਕਰ ਲਏ, ਬਾਹਰੀ ਵੀ ਰਹਿਤ ਰੱਖ ਲਈ, ਅੰਤਰੀਵ ਵੀ ਰਹਿਤ ਰੱਖੀ, ਮਹਾਰਾਜ ਜੀ ਦੇ ਬਚਨਾਂ ਨੂੰ ਕਮਾ ਲਿਆ, ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨਗੇ। ਉਹਨਾਂ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣਗੇ। ਇਸ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਡੇ ਨਤੀਜਿਆਂ 'ਤੇ ਮਹਾਨ ਇਹ ਕਿਰਪਾ ਕੀਤੀ ਹੈ। ਅੱਜ ਦੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਅੰਮ੍ਰਿਤ ਦਾ ਬਾਟਾ ਮਹਾਰਾਜ ਜੀ ਨੇ ਤਿਆਰ ਕਰਕੇ ਗਿੱਦੜੋਂ ਸ਼ੇਰ ਬਣਾਇਆ। ਅੰਮ੍ਰਿਤ ਦੀ ਦਾਤ ਮਹਾਰਾਜ ਜੀ ਨੇ ਬਖਸ਼ੀ ਹੈ। ਆਪ ਸਰਬਰ ਸੰਗਤਾਂ ਨੂੰ
ਗੁਰੂ ਕੇ ਖਾਲਸੇ ਦੇ ਸਿਰਜਣਾ ਦਿਵਸ ਦੀ ਬੇਅੰਤ ਬੇਅੰਤ ਵਧਾਈ ਹੋਵੇ। ਆਪ ਸਰਬੱਤ ਸੰਗਤਾਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਅੰਮ੍ਰਿਤ ਛਕੀਏ, ਗੁਰੂ ਕੇ ਜਹਾਜ਼ੇ ਚੜ੍ਹ ਕੇ ਜੀਵਨ ਨੂੰ ਸਫਲ ਕਰੀਏ ਜੀ। ਬੇਨਤੀ ਵਿਚਾਰਾਂ ਹੋਰ ਵੀ ਹਨ, ਜੇ ਵਿਸਥਾਰ ਕਰੀਏ ਬੜਾ ਸਮਾਂ ਚਾਹੀਦਾ ਹੈ। ਪਰ ਹੁਣ ਆਪ ਜੀ ਜਾਣਦੇ ਹੋ ਕਿ ਪਾਠ ਬੋਧ ਸਮਾਗਮ ਜੋ ਚੱਲ ਰਿਹਾ, ਗੁਰਬਾਣੀ ਦੇ ਪਾਠ ਦਾ ਸਮਾਂ ਹੋ ਚੁੱਕਾ ਹੈ। ਆਓ ਬੜੇ ਪ੍ਰੇਮ ਦੇ ਨਾਲ ਜੋ ਅੱਗੇ ਪਾਠ ਆਰੰਭ ਹੋਣ ਲੱਗੇ ਹਨ, ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਮਹਾਂਪੁਰਖ ਜਥੇਦਾਰ ਭਾਈ ਤਰਲੋਚਨ ਸਿੰਘ ਜੀ ਪਹੁੰਚ ਚੁੱਕੇ ਨੇ। ਅੱਗੇ ਬੜੇ ਪ੍ਰੇਮ ਦੇ ਨਾਲ ਗੁਰੂ ਕੀ ਪਾਵਨ ਬਾਣੀ ਦੇ ਪਾਠ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ